ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਉਡਾਰੀ ਵਿਦੇਸ਼ਾਂ ਨੂੰ। ਮੈਂ ਮਨਦੀਪ ਤੇ ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਇਹ ਪ੍ਰੋਗਰਾਮ ਹਰ ਰੋਜ਼ ਅਸੀਂ ਲੈ ਕੇ ਆਉਂਦੇ ਹਾਂ ਔਰ ਸੰਚਾਲਨ ਦੇ ਦੌਰਾਨ ਮੇਰਾ ਫਰਜ਼ ਬਣਦਾ ਹੈ ਕਿ ਤੁਹਾਨੂੰ ਅਸੀਂ ਜਿੰਨੀ ਵੱਧ ਤੋਂ ਵੱਧ ਇਨਫੋਰਮੇਸ਼ਨ ਹੋ ਸਕਦੀ ਹੈ ਉਹ ਦਈਏ। ਤੇ ਹਰ ਵਾਰ ਮੇਰੇ ਨਾਲ ਐਕਸਪਰਟਸ ਮੌਜੂਦ ਹੁੰਦੇ ਨੇ ਜੋ ਤੁਹਾਡੇ ਸਵਾਲਾਂ ਦੇ ਤੁਹਾਨੂੰ ਜਵਾਬ ਦਿੰਦੇ ਨੇ। ਤਾਂ ਇੱਕ ਵਾਰ ਫਿਰ ਤੋਂ ਮੇਰੇ ਨਾਲ ਜੁੜੇ ਨੇ ESS ਗਲੋਬਲ ਤੋਂ ਮਿਸਟਰ ਰੋਹਿਤ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਇਹਨਾਂ ਨੰਬਰਸ ਦੇ ਉੱਪਰ ਕਾਲ ਕਰ ਸਕਦੇ ਹੋ। ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਬੇਹੱਦ ਪਿਆਰ ਦੇ ਰਹੇ ਹੋ, ਇਸ ਕਰਕੇ ਅਸੀਂ ਜੋ ਵੀ ਉਂਗਰਦਾ ਹੋਇਆ ਵਿਸ਼ਾ ਹੁੰਦਾ ਉਸ ਦੇ ਉੱਪਰ ਗੱਲ ਜ਼ਰੂਰ ਕਰਦੇ ਹਾਂ ਤਾਂ ਕਿ ਤੁਹਾਨੂੰ ਘਰ ਬੈਠਿਆਂ ਉਹ ਇਨਫੋਰਮੇਸ਼ਨ ਮਿਲੇ ਜੋ ਤੁਹਾਡੇ ਭਵਿੱਖ ਨਾਲ ਜੁੜੀ ਹੋਈ ਹੈ। ਸੋ ਸਭ ਤੋਂ ਪਹਿਲਾਂ ਜਿਹੜੀ ਖਾਸ ਇਨਫੋਰਮੇਸ਼ਨ ਹੈ ਉਹ ਇਹ ਹੈ ਵੀ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਲਈ ਇੱਕ ਬਹੁਤ ਸੁਨਹਿਰੀ ਮੌਕਾ ਆ ਰਿਹਾ ਹੈ। ਤੇ ਜਿਹੜਾ ਇੱਕ ਸੈਮੀਨਾਰ ਹੈ ESS ਗਲੋਬਲ ਸਮੇਂ ਟੂ ਸਮੇਂ ਸੈਮੀਨਾਰ ਲੈ ਕੇ ਆਉਂਦਾ ਹੈ, ਜਿਹਦੇ ਵਿੱਚ ਵੱਖ-ਵੱਖ ਯੂਨੀਵਰਸਿਟੀ ਕਾਲਜਸ ਦੇ ਡੈਲੀਗੇਟ ਹੁੰਦੇ ਨੇ। ਤੁਸੀਂ ਆਮਣੇ ਸਾਹਮਣੇ ਬਹਿ ਕੇ ਆਪਣੇ ਜ਼ਹਿਨ 'ਚ ਜੋ ਵੀ ਸਵਾਲ ਹੈ ਉਹਨਾਂ ਦੇ ਜਵਾਬ ਲੈ ਸਕਦੇ ਹੋ। ਸੋ ਤਰੀਕਾਂ ਨੋਟ ਕਰ ਲਓ ਜੀ। ਅੰਮ੍ਰਿਤਸਰ ਵਾਲਿਓ, 16 ਤਰੀਕ ਨੂੰ ਤੁਹਾਡੇ ਸ਼ਹਿਰ ਦੇ ਵਿੱਚ ESS ਗਲੋਬਲ ਦੀ ਟੀਮ ਆ ਰਹੀ ਹੈ ਔਰ ਕੈਨੇਡਾ ਦੇ 25 ਤੋਂ ਵੱਧ ਇੰਸਟੀਟਿਊਟਸ ਤੇ ਉੱਥੇ ਡੈਲੀਗੇਟਸ ਮੌਜੂਦ ਹੋਣਗੇ। 17 ਤਰੀਕ ਨੂੰ ਜਲੰਧਰ ਵਾਲਿਆਂ ਦੀ ਵਾਰੀ ਹੈ। ਸੋ ਤੁਸੀਂ ਜਲੰਧਰ ਦੇ ਨੀਅਰ ਬਾਏ ਜਿਹੜੇ ਵੀ ਲੋਕ ਰਹਿੰਦੇ ਨੇ ਉੱਥੇ ਪਹੁੰਚ ਸਕਦੇ ਨੇ। 18 ਤਰੀਕ ਨੂੰ ਲੁਧਿਆਣਾ ਤੇ 20 ਤਰੀਕ ਨੂੰ ਚੰਡੀਗੜ੍ਹ। ਬਾਕੀ ਤੁਸੀਂ ਚਾਹੇ ਦੂਰ ਵੀ ਹੋ, ਤੁਸੀਂ ਅਪਾਇੰਟਮੈਂਟ ਲੈ ਕੇ ਪਹਿਲਾਂ ਹੀ ਆਪਣੀ ਜਿਹੜੀ ਸੀਟ ਆ ਉਹ ਰਿਜ਼ਰਵ ਕਰਵਾ ਸਕਦੇ ਹੋ ਤਾਂ ਕਿ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਹੈ ਉਹਦੇ ਵਾਸਤੇ ਇੰਤਜ਼ਾਰ ਨਾ ਕਰਨਾ ਪਵੇ। ਸੋ ਕੈਨੇਡਾ ਦੀ ਗੱਲ ਵੀ ਕਰਾਂਗੇ, ਲੇਕਿਨ UK ਤੋਂ ਸ਼ੁਰੂਆਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। UK ਸੁਰਖੀਆਂ ਦਾ ਸ਼ਿੰਗਾਰ ਹੈ ਔਰ UK ਨੇ ਜੋ ਕੁਛ ਕਰੋਨਾ ਟਾਈਮ ਤੋਂ ਲੋਕਾਂ ਨੂੰ ਦਿੱਤਾ, ਜਦੋਂ ਲੋਕਾਂ ਦੇ ਘਰਾਂ ਦੇ ਬੂਹੇ ਬੰਦ ਸੀ, UK ਉਦੋਂ ਖੁੱਲੀਆਂ ਬਾਹਾਂ ਨਾਲ ਸਵਾਗਤ ਕਰ ਰਿਹਾ ਸੀ। ਅੱਜ ਉਹੀ UK ਨੂੰ ਲੈ ਕੇ ਬਹੁਤ ਜ਼ਿਆਦਾ ਕੰਪਲੀਕੇਸ਼ਨਸ ਆ ਰਹੀਆਂ ਨੇ। ਕੋਈ ਕਹਿ ਰਿਹਾ ਜੀ ਤੁਸੀਂ ਹੁਣ ਸਪਾਊਸ ਦੇ ਨਾਲ ਨਹੀਂ ਜਾ ਸਕਦੇ, ਦੂਜੇ ਪਾਸੇ ਜੀ ਹੁਣ ਤੁਸੀਂ ਚਲੇ ਤਾਂ ਜਾਓਗੇ ਕੋਈ ਗੱਲ ਨਹੀਂ, ਪਰ ਵਰਕ ਪਰਮਿਟ ਜਿਹੜਾ ਪਹਿਲਾਂ ਮਿਲਣ ਦੀ ਕਮਿਟਮੈਂਟ ਸੀਗੀ ਹੁਣ ਉਹਦਾ ਡਿਊਰੇਸ਼ਨ ਘਟੇਗਾ। ਮਤਲਬ ਕਿ ਤੁਸੀਂ ਸੈਟਲਮੈਂਟ ਆਪਸ਼ਨ ਤੱਕ ਵੀ ਨਹੀਂ ਪਹੁੰਚ ਸਕੋਗੇ। ਸੋ ਪ੍ਰੋਪਰ ਐਜ਼ ਪਰ ਯੂਰ ਐਕਸਪੀਰੀਅੰਸ ਮੈਂ ਜਿਹੜੀ ਡਿਟੇਲ ਦੇ ਵਿੱਚ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਇਹ ਚੀਜ਼ਾਂ ਹੈ ਕਿ ਇਹ ਹਵਾਵਾਂ ਸਮੇਂ ਟੂ ਸਮੇਂ ਤਬਦੀਲ ਕਿਉਂ ਹੋ ਰਹੀਆਂ ਨੇ। ਦੇਖੋ, ਇਹ ਜਿੰਨੀ ਵੀ ਸਟੇਟਮੈਂਟਸ ਹੈ ਨਾ, ਤੁਸੀਂ ਇੱਕ ਸਟੇਟਮੈਂਟ ਛੱਡਤੀ ਜਿਹੜੀ ਪਿਛਲੇ ਹਫਤੇ ਆਈ ਹੈ ਉਹਨਾਂ ਦੇ ਮਿਨਿਸਟਰ ਵੱਲੋਂ ਹੀ, ਜਿਹੜੇ ਮੌਜੂਦਾ ਗਵਰਨਮੈਂਟ ਦੇ ਮਿਨਿਸਟਰ ਹੈ, ਦੈਟ ਉਹ ਵੀ ਸੋਚਦੇ ਪਏ ਨੇ ਆਸਟ੍ਰੇਲੀਆ ਤੇ ਕੈਨੇਡਾ ਵਾਂਗੂ UK ਦੇ ਵਿੱਚ ਜਿਹੜੀ ਲੇਬਰ ਮਾਰਕੀਟ ਦੀ ਸ਼ਾਰਟੇਜ ਹੈ ਉਸ ਕਰਕੇ ਸਟੂਡੈਂਟ ਨੂੰ ਫੁੱਲ ਟਾਈਮ ਵਰਕ ਪਰਮਿਟ ਦੇ ਦਿੱਤਾ ਜਾਵੇ। ਇਹ ਤੀਜੀ ਨਿਊਜ਼ ਹੈ। ਤਾਂ ਦਰਸ਼ਕਾਂ ਵਾਸਤੇ ਤਿੰਨ ਨਿਊਜ਼ ਨੂੰ ਦੁਬਾਰਾ ਇੱਕ ਵਾਰ ਬੋਲ ਦਿੰਦਾ। ਪਹਿਲੀ ਨਿਊਜ਼ ਹੈਗੀ ਹੈ ਜਿਹੜਾ ਤੁਹਾਡਾ ਵਰਕ ਪਰਮਿਟ ਹੈਗਾ ਉਹ 2 ਸਾਲ ਤੋਂ ਘਟਾ ਕੇ 6 ਮਹੀਨੇ ਕਰ ਦਿੱਤਾ ਜਾਏਗਾ। ਦੂਸਰੀ ਨਿਊਜ਼ ਆਂਦੀ ਪਈ ਹੈਗੀ ਹੈ ਸ਼ਾਇਦ ਸਪਾਊਸ ਨੂੰ ਬੰਦ ਕਰ ਦਿੱਤਾ ਜਾਵੇ। ਤੀਸਰੀ ਨਿਊਜ਼ ਆਂਦੀ ਪਈ ਹੈ UK ਵੀ ਇਹ ਸੋਚ ਰਿਹਾ ਹੈ ਆਸਟ੍ਰੇਲੀਆ ਤੇ ਕੈਨੇਡਾ ਵਾਂਗੂ ਅਸੀਂ ਸਟੂਡੈਂਟਸ ਨੂੰ ਫੁੱਲ ਟਾਈਮ ਵਰਕ ਪਰਮਿਟ ਦੇ ਦਈਏ ਤਾਂ ਕਿ ਲੇਬਰ ਮਾਰਕੀਟ ਦੀ ਸ਼ਾਰਟੇਜ ਐਡਰੈਸ ਹੋ ਜਾਏ। ਇੱਕੋ ਗਵਰਨਮੈਂਟ ਵੱਖਰੇ ਵੱਖਰੇ ਲੋਕਾਂ ਤੋਂ ਵੱਖਰੀਆਂ ਵੱਖਰੀਆਂ ਸਟੇਟਮੈਂਟਾਂ, ਉਹ ਜੋ ਸਟੇਟਮੈਂਟਾਂ ਬਾਹਰ ਆਉਂਦੀਆਂ ਨੇ ਨਿਊਜ਼ਪੇਪਰ ਦੀਆਂ ਸੁਰਖੀਆਂ ਬਣਦੀਆਂ ਨੇ, ਟਰਾਂਸਲੇਸ਼ਨ ਹੋ ਜਾਂਦੀ ਹੈ, ਉਹ ਹਰੇਕ ਆਮ ਆਦਮੀ ਦੀ ਜੋ ਸਾਡੇ ਤੁਹਾਡੇ ਵਰਗਾ ਉਹਨੂੰ ਇੱਕ A ਟਵਿਸਟ ਜਾਂ B ਦੀ ਮਾਤਰਾ ਲਾ ਕੇ ਅੱਗੇ ਦੱਸਦਾ ਹੈਗਾ। UK ਬੰਦ ਹੋ ਗਿਆ ਭਰਾ, UK ਜਾਣ ਦੀ ਲੋੜ ਨਹੀਂ, ਵਰਕ ਪਰਮਿਟ ਨਹੀਂ ਮਿਲਣਾ, ਐਕਸੈਕਟਰਾ ਐਕਸੈਕਟਰਾ ਨਾ, ਬਹੁਤ ਸਾਰੀ ਟਰਾਂਸਲੇਸ਼ਨਾਂ ਹੋ ਜਾਂਦੀਆਂ ਹੈਗੀਆਂ। ਬਟ ਇਹ ਇੰਡਸਟਰੀ ਬੜੀ ਸਿੰਪਲ ਤਰੀਕੇ ਨਾਲ ਕੰਮ ਕਰਦੀ ਹੈ। ਜੋ ਇਨਫੋਰਮੇਸ਼ਨ ਤੁਹਾਡੀ ਨੈੱਟ 'ਤੇ ਛਪੇਗੀ ਉਹ ਤੁਹਾਡਾ ਕਾਨੂੰਨ ਬਣੇਗਾ। UK ਦਾ ਅਗਲਾ ਜਿਹੜਾ ਬਦਲਾਵ ਹੈ ਉਹ April 'ਚ ਆਉਣਾ। UK ਦਾ ਬਦਲਾਵ April 'ਚ ਹੁੰਦਾ ਜਾਂ October 'ਚ ਹੁੰਦਾ। ਸਾਲ ਦੇ 2 ਮਹੀਨੇ ਜਦ ਵੀ UK ਕੁਛ ਬਦਲਾਵ ਲੈ ਕੇ ਆਉਂਦਾ ਆਪਣੀ ਪੋਲਿਸੀ ਦੇ ਅੰਦਰ, ਆਹ 2 ਮਹੀਨੇ ਸਾਡੇ ਸਾਹ ਸੁੱਕੇ ਹੁੰਦੇ ਨੇ ਜਾਂ ਬੜੀਆਂ ਉਹ ਨਾ ਐਕਸਾਈਟਮੈਂਟ ਹੁੰਦੀਆਂ ਹੈ ਹੁਣ ਆਹ ਹੋਣ ਵਾਲਾ ਹੈ। ਤਾਂ ਅੱਜ ਇੱਕ ਸਟੇਟਮੈਂਟ ਆਂਦੀ UK 6 ਮਹੀਨੇ ਦਾ ਵਰਕ ਪਰਮਿਟ ਕਰਦਾ ਪਿਆ, ਵਰੀਸਮ ਹੋ ਸਕਦੇ ਸੀ, ਪਰ ਦੂਜੀ ਸਟੇਟਮੈਂਟ ਦਾ ਆਣਾ ਅਸੀਂ ਸੋਚ ਰਹੇ ਹਾਂ ਫੁੱਲ ਟਾਈਮ ਵਰਕ ਪਰਮਿਟ ਅਲਾਉ ਕਰ ਦਈਏ, ਉਹ ਇਨਕਰੇਜਮੈਂਟ ਹੈਗੀ ਹੈ। ਲਾਅ ਕੀ ਆਏਗਾ ਇਹ April ਦੱਸੇਗਾ। ਬਟ ਉਹ ਜਿੰਨੀਆਂ ਵੀ ਖਬਰਾਂ ਆਉਂਦੀਆਂ ਪਈਆਂ ਨੇ ਉਹ ਤੁਹਾਡੇ ਡਿਸੀਜਨ ਨੂੰ ਹੈਂਪਰ ਨਾ ਕਰਨ ਜ਼ਿਆਦਾ ਵਧੀਆ, ਕਿਉਂਕਿ ਅੱਜ UK 100% ਵੀਜ਼ੇ ਦਾ ਮੌਕਾ ਦੇ ਰਿਹਾ। ਲਾਅ ਆਉਣ ਤੋਂ ਬਾਅਦ ਕਿਹੜਾ ਵੀ ਲਾਅ ਬਣਦਾ 100 ਦਾ 90 ਹੋਏਗਾ ਜਾਂ ਜੇ ਕੁਝ ਫਰਕ ਨਹੀਂ ਪਏਗਾ ਸ਼ਾਇਦ ਸੈਪਟੈਂਬਰ ਦੀ ਸੀਟਾਂ ਹੀ ਮੁੱਕ ਜਾਣ, ਕਿਉਂਕਿ UK 'ਚ ਐਪਲੀਕੇਸ਼ਨਾਂ ਦਾ ਰਸ਼ ਨਹੀਂ ਘਟਿਆ ਇਹ ਦੋਨਾਂ ਤਿੰਨਾਂ ਖਬਰਾਂ ਦੇ ਬਾਵਜੂਦ ਵੀ। ਅੱਜ UK ਦੀ ਕਾਫੀ ਯੂਨੀਵਰਸਿਟੀਆਂ ਇਹ ਕਹਿ ਕੇ ਚੱਲਦੀਆਂ ਪਈਆਂ ਨੇ ਵੀ ਸਾਡਾ ਜਿਹੜਾ ਸੀਟਸ ਦਾ ਐਲੋਕੇਸ਼ਨ ਹੈ ਉਹ ਜੂਨ ਜਾਂ ਜੁਲਾਈ 'ਚ ਮੁੱਕ ਜਾਣਾ, ਉਸ ਤੋਂ ਬਾਅਦ ਸਾਡੇ ਤੋਂ ਆਫਰ ਦੀ ਉਮੀਦ ਨਾ ਕਰਿਓ। ਤੇ ਇਹ ਤੁਹਾਨੂੰ ਕਾਊਂਟ ਦੱਸ ਦਿੰਦਾ, 160 ਯੂਨੀਵਰਸਿਟੀਜ਼ ਨੇ UK ਦੇ ਵਿੱਚ ਪੂਰੀਆਂ ਜਿੱਥੇ ਬੱਚਾ ਜਾ ਕੇ ਪੜ੍ਹ ਸਕਦਾ ਹੈ ਐਜ਼ ਪਰ ਦਾ ਐਲੀਜੀਬਿਲਿਟੀ। ਤੇ ਇੱਕ ਕਾਮਨ ਆਵਾਜ਼ ਹੈ ਹਰੇਕ ਯੂਨੀਵਰਸਿਟੀ ਦੀ, ਜੂਨ ਜੁਲਾਈ ਵਿਲ ਬੀ ਦਾ ਫਾਈਨਲ ਮੰਥ ਜਿਹਦੇ ਵਿੱਚ ਅਸੀਂ ਆਪਣਾ ਸੈਪਟੈਂਬਰ ਇਨਟੇਕ ਕਨਕਲੂਡ ਕਰ ਦੇਵਾਂਗੇ। ਤਾਂ ਜੋ ਖਬਰਾਂ ਉਹ ਸਾਈਡ ਤੇ ਰੱਖੋ,
ਕਿਉਂਕਿ ਸਾਡੇ ਬਾਹਰ ਜਾਣ ਦਾ ਮਕਸਦ ਬੜਾ ਸਿੰਪਲ ਜਿਹਾ ਹੁੰਦਾ ਹੈ, ਉੱਥੇ ਜਾ ਕੇ ਪੜ੍ਹਾਈ ਦੇ ਜ਼ਰੀਏ ਕੋਈ ਓਪਰਚੁਨਿਟੀ ਲਈਏ ਜਿੱਥੇ ਜੌਬ ਮਿਲੇ ਜਾਂ ਜਿੱਥੇ ਸਾਨੂੰ ਪਰਮਨੈਂਟ ਹੋਣ ਦਾ ਮੌਕਾ ਮਿਲੇ। ਹੁਣ ਉਹ ਮੌਕਾ ਉਦੋਂ ਬਣੇਗਾ ਜਦ ਮੈਂ ਉਸ ਨੂੰ ਐਜੂਕੇਟ ਕਰਾਂਗਾ ਆਪਣੇ ਆਪ ਨੂੰ। ਛੋਟਾ ਜਿਹਾ ਐਗਜ਼ਾਮਪਲ ਤੁਹਾਨੂੰ ਹੋਰ ਦਿੰਦਾ, ਇਹਦੇ ਨਾਲ ਰਿਲੇਟਡ ਤਾਂ ਨਹੀਂ ਹੈ ਬਟ ਇੱਥੇ ਮੈਂਸ਼ਨ ਕਰ ਦਿੰਦਾ। ਬਹੁਤ ਸਾਰੇ ਜਿਹੜੇ ਅੰਡਰ ਗ੍ਰੈਜੂਏਟ ਵਾਲੇ ਬੱਚੇ ਗਏ ਸੀ ਇੱਥੋਂ, 12ਵੀਂ ਪਾਸ ਕਰਕੇ ਗ੍ਰੈਜੂਏਸ਼ਨ ਵਾਸਤੇ ਗਏ ਸੀ, ਬੜੀ ਸਿੰਪਲ ਜੀ ਕੈਲਕੂਲੇਸ਼ਨ ਲਾਉਂਦੇ ਸੀ, 3 ਸਾਲ ਅਸੀਂ ਫੀਸ ਦੇਣੀ ਹੈ, ਉਸ ਤੋਂ ਬਾਅਦ ਅਸੀਂ ਵਰਕ ਪਰਮਿਟ ਲੈਣਾ ਤੇ ਕੱਲ ਪੱਕੇ ਹੋਣ ਦੀ ਰਾਹ ਦੇਖਾਂਗੇ। ਬਟ ਕੁਛ ਵੋਲਿਊਮ ਆਫ ਸਟੂਡੈਂਟ ਉੱਥੇ ਜਾਂਦੇ ਹੀ ਆਪਣੇ ਆਪ ਵਰਕ ਪਰਮਿਟ ਕਨਵਰਟ ਕਰਾ ਲਿਆ, ਕੇਅਰ ਗਿਵਰ ਦਾ ਹੋ ਗਿਆ, 올ਡ ਏਜ ਹੋਮ ਵਿੱਚ ਨੌਕਰੀਆਂ ਹੋ ਗਈਆਂ, ਉਹ ਕਨਵਰਟ ਜ਼ਰੂਰ ਹੋ ਗਏ ਹੈ ਪਰ ਆਮ ਤੌਰ ਤੇ ਦੇਖਿਆ ਗਿਆ ਇਹ ਇੱਕ ਵੱਡਾ ਮੈਂ ਸਕੈਮ ਵਰਡ ਤਾਂ ਨਹੀਂ ਕਹਾਂਗਾ ਬਟ ਇੱਕ ਡਿਸਆਨੈਸਟ ਤਰੀਕੇ ਨਾਲ ਉਹ ਕੋਸ ਨੂੰ ਯੂਜ਼ ਕੀਤਾ ਗਿਆ। ਬਹੁਤ ਸਾਰੇ ਸਟੂਡੈਂਟਸ ਨੇ ਸਾਡੇ ਫੇਸਬੁੱਕ ਪੇਜ ਤੇ ਮੈਸੇਜ ਛੱਡੇ ਵੀ ਭਾਜੀ 3 ਮਹੀਨੇ ਕੰਮ ਕਰਨ ਤੋਂ ਬਾਅਦ ਸਾਡੇ ਕੋਸ ਕੈਂਸਲ ਹੋ ਗਏ। ਹੁਣ ਪੜ੍ਹਾਈ ਵਾਸਤੇ ਕੈਸ਼ ਚਾਹੀਦਾ ਹੁੰਦਾ, ਉੱਥੇ ਵਰਕ ਪਰਮਿਟ ਵਾਸਤੇ ਕੋਸ ਚਾਹੀਦਾ ਹੁੰਦਾ, ਦੈਟ ਇਜ਼ ਸਰਟੀਫਿਕੇਟ ਆਫ ਸਪਾਂਸਰਸ਼ਿਪ। 3 ਮਹੀਨੇ ਬੱਚੇ ਨੇ ਜਦ ਪੈਸੇ ਦੇ ਕੇ ਆਪਣਾ ਵਰਕ ਪਰਮਿਟ ਕਰਵਾਇਆ, 3 ਮਹੀਨੇ ਬਾਅਦ ਇੰਪਲੋਇਰ ਕਹਿੰਦਾ ਮੈਂ ਤੇਰੇ ਨਾਲ ਖੁਸ਼ ਨਹੀਂ ਹੈਗਾ, ਤੂੰ ਕੰਮ ਨਹੀਂ ਵਧੀਆ ਕਰਦਾ ਪਿਆ, ਤਾਂ ਨਾ ਬੱਚਾ ਉਹ ਉੱਧਰਲਾ ਰਿਹਾ, ਸਟੂਡੈਂਟ ਦਾ ਨਾਂ ਰਿਹਾ ਟੀਅਰ ਵਰਕ ਪਰਮਿਟ ਦਾ, ਟੀਅਰ 2 ਦਾ। ਹੁਣ ਉਹ ਦੁਬਾਰਾ ਵਰਕ ਪਰਮਿਟ ਲੱਭਦਾ ਪਿਆ ਤੇ ਆਮ ਤੌਰ ਹੁੰਦਾ ਪਿਆ ਹੈਗਾ ਅੰਡਰ ਗ੍ਰੈਜੂਏਟ ਐਪਲੀਕੈਂਟਸ ਦੇ ਨਾਲ। ਉਹ ਬੱਚਾ ਜਿਹੜਾ 3-3 ਸਾਲ ਦੇ ਕੋਰਸ ਲਈ ਗਿਆ, ਸ਼ਾਇਦ ਆਪਣੀ ਉਮੀਦ ਜਾਂ ਆਪਣੀ ਨੌਲੇਜ ਨੂੰ ਉਹਨਾਂ ਨਹੀਂ ਬੂਸਟ ਕਰ ਪਾਇਆ ਵੀ ਕੀ ਸਹੀ ਹੈ ਕੀ ਗਲਤ ਹੈ, ਕਿੱਥੇ ਮੇਰਾ ਫਾਇਦਾ ਚੱਕਿਆ ਜਾਊਗਾ, ਕਿੱਥੇ ਮੈਂ ਲਾਅ ਦੇ ਸਹੀ ਸਾਈਡ ਤੇ ਹੈਗਾ। ਉਹਦੇ ਕਾਰਨ ਕੁਝ ਵੀ ਹੋਣ, ਪਰਿਵਾਰ ਦਾ ਪ੍ਰੈਸ਼ਰ, ਆਪਣਾ ਡਿਸੀਜਨ, ਪਰ ਇੱਕ 12ਵੀਂ ਤੋਂ ਬਾਅਦ ਜਿਹੜਾ ਬੱਚਾ ਜਾਂਦਾ ਉਹਦੀ ਉਮਰ ਹੁੰਦੀ ਕਿੰਨੀ ਹੈ, 18, 19 ਜਾਂ 20 ਸਾਲ ਯੂਕੇ ਦੇ ਵਿੱਚ। ਹੁਣ 20 ਸਾਲ ਤੋਂ ਆਪਾਂ ਇਹ ਅਜ਼ਿਊਮ ਕਰੀਏ ਸਾਰੀ ਚੀਜ਼ਾਂ ਵਧੀਆ ਹੀ ਜ਼ਿੰਦਗੀ 'ਚ ਹੋਣਗੀਆਂ, ਉਹ ਗਲਤ ਹੋਏਗਾ। ਉਸੇ ਤਰੀਕੇ ਨਾਲ ਕੋਈ ਵੀ ਲਾਅ ਦੇ ਵਿੱਚ ਕੋਈ ਸਾਈਡ ਆਉਂਦੀ ਹੈ ਉਹ ਕਦੇ ਸਿੰਗਲ ਸਾਈਡ ਦੇ ਨਾਲ ਨਹੀਂ ਆਉਂਦੀ, ਹਮੇਸ਼ਾ 2 ਸਾਈਡ ਦੇ ਨਾਲ ਆਉਂਦੀ ਹੈ। ਯੂਕੇ ਇਸ ਟਾਈਮ ਬੜਾ ਕੰਪੀਟੀਟਿਵ ਹੈ, ਆਸਟ੍ਰੇਲੀਆ ਤੇ ਕੈਨੇਡਾ ਨੂੰ ਆਪਣਾ ਕੰਪੀਟੀਸ਼ਨ ਸਮਝਦਾ ਪਿਆ ਇੰਟਰਨੈਸ਼ਨਲ ਸਟੂਡੈਂਟ ਵਾਸਤੇ। ਜਿਹੜੀ ਇੰਡਸਟਰੀ ਉਹਨੇ ਇੰਨੇ ਪਿਛਲੇ 2 ਸਾਲਾਂ 'ਚ ਖੜੀ ਕੀਤੀ ਹੈ, ਮੇਰੀ ਕੈਲਕੂਲੇਸ਼ਨ, ਮੇਰਾ ਟ੍ਰਾਂਸਲੇਸ਼ਨ ਕਹਿੰਦਾ ਉਹਨੂੰ ਉਹ ਡਿੱਗਣ ਨਹੀਂ ਦੇਣਗੇ, ਬਿਕੋਜ਼ ਇਟਸ ਐਮਪਾਇਰ ਬਾਈ ਇਟਸੈਲਫ। 2010 ਤੇ ਅੱਜ 'ਚ ਫਰਕ ਕੀ ਹੈ? ਪਹਿਲਾਂ ਯੂਕੇ ਸ਼ੈਨਗਨ ਦਾ ਸਮੂਹ ਸੀਗਾ, ਅੱਜ ਯੂਕੇ ਇੰਡੀਪੈਂਡੈਂਟ ਹੈ। ਦੈਟ ਮੀਨ ਉਹਦੇ ਘਰ ਦੇ ਵਿੱਚ ਕਿੰਨਾ ਪੈਸਾ ਆ ਰਿਹਾ, ਕਿੰਨਾ ਬਚਾਇਆ ਜਾ ਰਿਹਾ ਤੇ ਉਹ ਬਚਾ ਕੇ ਕਿੱਥੇ ਕਿੱਥੇ ਇਨਵੈਸਟ ਕਰਦੇ ਪਏ ਆ, ਇਹ ਉਹਨਾਂ ਨੇ ਆਪ ਡਿਸਾਈਡ ਕਰਨਾ। ਦੇਰ ਇਜ਼ ਨੋ ਸਪੈਸੀਫਿਕ ਏਡ ਵਿਚ ਇਜ਼ ਟੂ ਬੀ ਗਿਵਨ ਫਰਮ ਦ ਸ਼ੈਨਗਨ ਸਟੇਟਸ। ਹੁਣ ਜਦ ਇਹ ਖਤਮ ਹੋ ਜਾਂਦਾ ਤਾਂ ਯੂਕੇ ਨੇ ਆਪਣੇ ਡਿਸੀਜਨ ਆਪ ਲੈਣੇ ਆ ਤੇ ਐਜੂਕੇਸ਼ਨ ਇੱਕ ਬਹੁਤ ਵੱਡਾ ਐਕਸਪੋਰਟ ਦਾ ਜ਼ਰੀਆ ਉਹਨਾਂ ਦਾ। ਕੋਈ ਵੀ ਚੇਂਜ ਆਵੇ, ਚੇਂਜ ਉਮੀਦ ਹੈ ਆਏਗਾ, ਮੈਂ ਵੀ ਕਹਿ ਕੇ ਚੱਲਦਾ ਆਏਗਾ, ਬਟ ਉਹ ਇੰਪੈਕਟਫੁਲ ਕਿੰਨਾ ਹੋਏਗਾ ਆਈ ਡਾਊਟ ਉਹ ਇੱਕ ਸਰਟਨ ਸਟੇਜ ਤੋਂ ਜ਼ਿਆਦਾ ਇੰਪੈਕਟਫੁਲ ਹੋਏਗਾ। ਪੋਜ਼ਿਟਿਵ ਹੀ ਜਾਏਗਾ ਚੇਂਜ, ਕੁਝ ਖਾਸ ਨੈਗੇਟਿਵ ਤਾਂ ਨਹੀਂ ਹੋਣ ਵਾਲਾ। ਦੇਖੋ ਪੋਜ਼ਿਟਿਵ ਨੈਗੇਟਿਵ ਆਪਣੇ ਮਨ ਦੀ ਉਹ ਕਹਿੰਦੇ ਨੇ ਅਵਸਥਾ ਹੈਗੀ ਹੈ, ਜਿਵੇਂ ਹਿੰਦੀ 'ਚ ਕਿਹਾ ਜਾਂਦਾ ਹੈ, ਬਟ ਚੇਂਜ ਕੀ ਆਏਗਾ ਤਾਂ ਕਿਉਂ ਆਏਗਾ? ਚੇਂਜ ਇਸ ਲਈ ਆਏਗਾ ਕਿਉਂਕਿ 6 ਲੱਖ ਜਿਹੜਾ ਉਹਨਾਂ ਦਾ ਵੀਜ਼ਿਆਂ ਦਾ ਟਾਰਗੇਟ 2030 ਤੱਕ ਸੀਗਾ, ਉਹਨਾਂ ਨੇ ਬਹੁਤ ਪਹਿਲਾਂ ਹੀ ਅਚੀਵ ਕਰ ਲਿਆ, ਸ਼ਾਇਦ 8 ਸਾਲ ਪਹਿਲਾਂ ਹੀ ਅਚੀਵ ਕਰ ਲਿਆ। ਹੁਣ ਜਿਹੜਾ 2 ਲੱਖ ਬੱਚਾ ਗਿਆ ਉਹਦੇ ਵਿੱਚ ਜਿਹੜਾ ਬੱਚਾ ਪੋਸਟ ਸਟੱਡੀ ਵਰਕ ਪਰਮਿਟ ਲੈ ਕੇ ਅੱਜ ਬੈਠਾ ਹੈ, 41% 41% ਸਟੂਡੈਂਟ ਇੰਡੀਅਨ ਹੈਗਾ ਉਹਦੇ ਵਿੱਚੋਂ, ਤੇ ਉਹਨਾਂ ਦੇ ਜਿਹੜੇ ਸਪਾਊਸ ਹੈ ਉਹ ਕਿਤੇ ਨਾ ਕਿਤੇ ਕਰਦੇ ਪਏ ਆ ਮੀਨੀਅਲ ਜੌਬਸ, ਛੋਟੀਆਂ ਨੌਕਰੀਆਂ ਜਿੱਥੇ ਇੰਗਲਿਸ਼ ਦੀ ਵਰਤੋਂ ਨਾ ਹੋਵੇ, ਉਹ ਵਾਲੇ ਕੰਮ ਹੋ ਗਏ। ਉਹਨਾਂ ਦਾ ਪੁਆਇੰਟ ਆਫ ਕੰਸਰਨ ਸਟੂਡੈਂਟ ਨਹੀਂ ਕਦੇ ਰਿਹਾ, ਪੁਆਇੰਟ ਆਫ ਕੰਸਰਨ ਰਿਹਾ ਹੈ ਪਰਿਵਾਰ ਦਾ ਉਹ ਮੈਂਬਰ ਜੋ ਲੋ ਸਕਿਲਡ ਕੰਮ ਕਰਦਾ ਪਿਆ ਤੇ ਜਿਨ੍ਹਾਂ ਕਰਕੇ ਉਹਨਾਂ ਦਾ ਪੂਰਾ ਰੈਪੂਟੇਸ਼ਨ ਡੈਮੇਜ ਹੋ ਰਿਹਾ ਹੈ। ਇੱਕ ਸਟੇਟਮੈਂਟ ਤਾਂ ਇਹ ਵੀ ਆਈ ਸੀ, ਅਸੀਂ ਆਪਣੀ ਯੂਨੀਵਰਸਿਟੀਜ਼ ਨੂੰ ਨਕਮੀਆਂ ਸਮਝਦੇ ਪਏ ਨੇ ਜਿਹੜੇ ਇਹੋ ਜਿਹੇ ਬੱਚਿਆਂ ਨੂੰ ਤੇ ਪਰਿਵਾਰ ਨੂੰ ਆਉਣ ਦੀ ਪਰਮਿਸ਼ਨ ਦੇ ਦਿੰਦੇ ਨੇ। ਇਹ ਵੀ ਸਟੇਟਮੈਂਟ ਹੈਗੀ ਹੈ ਜਿਨ੍ਹਾਂ ਦੀ ਆਪਣੀ ਯੂਨੀਵਰਸਿਟੀ ਦੇ ਵਿੱਚ। ਇਹ ਪੱਕਾ ਦੇ ਆਰ ਔਨ ਟੂ ਸਮਥਿੰਗ, ਉਹ April 'ਚ ਆਵੇ ਜਾਂ October 'ਚ ਆਵੇ, ਉਹ ਟਾਈਮ ਤੇ ਮੌਕੇ ਦੀ ਗੱਲ ਹੋਏਗੀ। ਬਟ ਅਗੇਨ ਐਜ਼ ਆਈ ਸੈਡ ਦੈਟ ਸ਼ੁੱਡ ਨਾਟ ਸਟਾਪ ਅ ਸਟੂਡੈਂਟ ਆਪਣੀ ਪਲੈਨਿੰਗ ਤੇ ਆਪਣੀ ਪਲੈਨਿੰਗ ਨੂੰ ਐਗਜ਼ੀਕਿਊਟ ਕਰਨ ਵਾਸਤੇ ਫॉर ਅਪਕਮਿੰਗ ਇੰਟਰਵਿਊ। ਜੀ, ਤੁਸੀਂ ਇਹਨਾਂ ਨੰਬਰਸ ਤੇ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ, ਸਾਡੇ ਪ੍ਰੋਗਰਾਮ ਦੇ ਤਹਿਤ ਵੀ ਜਾਂ ਫਿਰ ਪ੍ਰੋਗਰਾਮ ਤੋਂ ਬਾਅਦ ਵੀ। ਬਾਕੀ ਆਪਣੇ ਮੋਬਾਈਲ ਫੋਨ ਦੇ ਵਿੱਚ ਤੁਸੀਂ ਇਹ ਹੈਲਪਲਾਈਨ ਨੰਬਰ ਨੂੰ ਸੇਵ ਕਰਕੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਯੂਕੇ ਨੂੰ ਗੱਲ ਕਰਨਾ ਬਹੁਤ ਜ਼ਰੂਰੀ ਹੈ। ਯੂਕੇ ਨੂੰ ਲੈ ਕੇ ਸਰ ਇੱਕ ਚੀਜ਼ ਹੋਰ ਚੱਲ ਰਹੀ ਹੈ ਕਿ ਕੁਝ ਇੱਕ ਸਟੂਡੈਂਟ ਨੂੰ 2 ਤੋਂ 3 ਮਹੀਨਿਆਂ ਦਾ ਵੇਟ ਕਰਨਾ ਪਿਆ ਆਫਰ ਲੈਟਰ ਨੂੰ ਲੈ ਕੇ। ਦੂਜੇ ਪਾਸੇ ਉਹ ਬੱਚਾ ਜਿਹਦਾ ਆਫਰ ਲੈਟਰ ਆ ਗਿਆ, ਇੰਟਰਵਿਊ ਹੋ ਗਿਆ, ਕਾਸ ਦੇ ਟਾਈਮ ਤੇ ਆ ਕੇ ਸਟੂਡੈਂਟ ਲਟਕ ਗਿਆ। ਤੀਜਾ ਸਵਾਲ ਨਾਲ ਹੀ ਹੈ, ਜਿਨ੍ਹਾਂ ਬੱਚਿਆਂ ਨੂੰ ਕਾਸ ਰਿਸੀਵ ਹੋ ਜਾਂਦਾ ਹੈ ਕੀ 100% ਹੈ ਉਹਨਾਂ ਦਾ ਵੀਜ਼ਾ ਆਏਗਾ ਹੀ ਆਏਗਾ? ਪਹਿਲੇ ਸਵਾਲ ਤੋਂ ਸ਼ੁਰੂ ਹੁੰਦੇ ਆ ਜੀ। ਨੰਬਰ 1, ਆਫਰ ਲੈਟਰ ਤੇ ਕਿਹੜਾ ਬੱਚਾ ਲਟਕਦਾ? ਆਫਰ ਲੈਟਰ ਤੇ ਉਹ ਬੱਚਾ ਲਟਕਦਾ ਜਿਹਦੇ ਕੋਲ ਸਰਟਨ ਪਰਸੈਂਟੇਜ ਨਹੀਂ ਹੈਗਾ ਕਿਸੇ
ਯੂਨੀਵਰਸਿਟੀਆਂ ਦੇ ਦਾਖਲੇ ਵਾਸਤੇ ਉਹਦੇ ਲਈ ਲਿਮਿਟੇਸ਼ਨ ਬੜੀ ਰਹਿ ਜਾਂਦੀ ਹੈ, ਬੜੀ ਲਿਮਿਟੇਸ਼ਨ ਬੜੀ ਛੋਟੀ ਰਹਿ ਜਾਂਦੀ ਹੈ। ਹੁਣ ਜਿਵੇਂ ਮੈਂ ਪਿਛਲੇ ਜਵਾਬਾਂ 'ਚ ਕਿਹਾ 160 ਯੂਨੀਵਰਸਿਟੀਆਂ ਨੇ। ਹੁਣ ਜੇ ਮੇਰੀ ਪ੍ਰੋਫਾਈਲ ਚਾਹੇ ਮੈਂ ਵਿਦਾਊਟ ਆਇਲਸ ਹੈ, ਚਾਹੇ ਮੈਂ ਡੁਲਿੰਗੋ ਕੀਤਾ ਹੈ, ਜਾਂ ਮੈਂ ਇੰਟਰਵਿਊ ਲਈ ਨਹੀਂ ਕਰ ਸਕਦਾ, ਹੁਣ ਪ੍ਰੋਫਾਈਲ ਰਹੇਗੀ ਇੱਥੇ ਤਾਂ ਦੈਟ ਮੀਨ ਮੇਰੇ ਕੋਲ ਲਿਮਿਟੇਸ਼ਨ ਉਹ 2 ਕਾਲਜਿਸ ਦੀ ਹੈ, 3 ਯੂਨੀਵਰਸਿਟੀਜ਼ ਦੀ ਹੈ। ਹੁਣ 3 ਯੂਨੀਵਰਸਿਟੀਆਂ ਵਿੱਚ ਤੁਹਾਡੇ ਵਰਗੇ ਕਿੰਨੇ ਸਾਰੇ ਬੱਚੇ ਹੋਣਗੇ ਜਿਹੜੇ ਅਪਲਾਈ ਕਰਦੇ ਹੋਣਗੇ। ਸੀਟਾਂ 100 ਹੀ ਹੈ। ਹੁਣ ਜੇ 100 ਬੱਚਿਆਂ ਸੀਟਾਂ ਪਿੱਛੇ ਅਰਾਊਂਡ 400-500 ਐਪਲੀਕੇਸ਼ਨ ਆ ਗਿਆ, ਲੇਟ ਹੋਣਾ ਜਾਇਜ਼ ਹੈ। ਉਹਨਾਂ ਨੇ ਬੈਸਟ ਦਾ ਬੈਸਟ ਲੋਟ ਚੱਕਣਾ। ਹੁਣ ਜਿਹੜਾ ਦੂਜਾ ਸਵਾਲ ਸੀਗਾ, ਆਫਰ ਆ ਗਿਆ, ਇੰਟਰਵਿਊ ਕਲੀਅਰ ਪਰ ਕੈਸ਼ ਨਹੀਂ ਆਇਆ। ਹੁਣ ਉੱਥੇ ਇੱਕ ਯੂਨੀਵਰਸਿਟੀ ਦਾ ਸਿਸਟਮ ਸਮਝਣਾ ਜ਼ਰੂਰੀ ਹੈ। ਮੋਸਟਲੀ ਯੂਨੀਵਰਸਿਟੀਜ਼ UK ਦੇ ਵਿੱਚ 90 ਦਿਨ ਸਟਾਰਟ ਡੇਟ ਤੋਂ ਪਹਿਲਾਂ ਹੀ ਕੈਸ਼ ਦਿੰਦੀਆਂ ਨੇ। ਹਾਲਾਂਕਿ ਇਹਨਾਂ ਦਾ ਲਾਅ ਆ ਗਿਆ ਸੀ ਤੁਸੀਂ 6 ਮਹੀਨੇ ਪਹਿਲਾਂ ਬੱਚੇ ਨੂੰ ਕੈਸ਼ ਵੀ ਦੇ ਸਕਦੇ ਹੋ, ਵੀਜ਼ਾ ਲੈ ਵੀ ਸਕਦਾ, ਉੱਥੇ ਟਰੈਵਲ ਵੀ ਕਰ ਸਕਦਾ ਹੈ। ਪਰ ਮੋਸਟਲੀ ਯੂਨੀਵਰਸਿਟੀਜ਼ ਨੇ ਇਹ ਲਾਅ ਨੂੰ ਵਰਤਿਆ ਨਹੀਂ। ਉਹ ਹਜੇ ਵੀ 90 ਦਿਨ ਪਹਿਲਾਂ ਹੀ ਆਪਣਾ ਕੈਸ਼ ਦੇਣਾ ਸ਼ੁਰੂ ਕਰਨਗੇ। ਸੈਪਟੈਂਬਰ ਇਨਟੇਕ ਤੁਹਾਡਾ ਹੈ, ਆਪਣੀ ਯੂਨੀਵਰਸਿਟੀ ਨਾਲ ਗੱਲਬਾਤ ਕਰਕੇ ਦੇਖ ਲਓ ਕੈਸ਼ ਜੂਨ ਜੁਲਾਈ ਤੋਂ ਬਾਅਦ ਆਏਗਾ ਜਾਂ ਹੁਣੀ ਉਹ ਮਾਰਚ ਤੋਂ ਬਾਅਦ ਦੇ ਸਕਦੇ ਹੈ। ਮੋਸਟਲੀ ਜੂਨ ਜੁਲਾਈ ਤੇ ਜਾਂਦੇ ਪਏ ਨੇ। ਆ ਗਿਆ ਕਾਸ਼, ਵੀਜ਼ਾ ਆਏਗਾ? ਵੀਜ਼ਾ ਆਏਗਾ। ਵੀਜ਼ਾ ਨਾ ਆਉਣ ਦੇ ਸਿਰਫ 2 ਹੀ ਕਾਰਨ ਹੋਣਗੇ ਜੀ, ਜਾਂ ਤਾਂ ਮੈਡੀਕਲੀ ਕੁਝ ਇਸ਼ੂ ਹੋਵੇ ਜਿਹੜਾ ਬਾਅਦ 'ਚ ਪਤਾ ਲੱਗੇ, ਜਾਂ ਫਾਈਨੈਂਸ਼ੀਅਲ ਦੇ ਵਿੱਚ ਪ੍ਰੋਬਲਮ ਹੋਵੇ। ਕਿਉਂਕਿ ਡਾਕੂਮੈਂਟੇਸ਼ਨ UK ਦਾ ਬੜਾ ਹੀ ਸਿੰਪਲ ਹੈ ਯੈਟ ਕੰਪਲਿਕੇਟਡ ਹੈ। ਯੈਟ ਕੰਪਲਿਕੇਟਡ ਇਸ ਤਰ੍ਹਾਂ ਮੈਂ ਕਹਿ ਰਿਹਾ, ਉਹਨਾਂ ਦੇ ਡੂਡ ਐਂਡ ਡੋਂਟਸ ਬੜੇ ਕਲੀਅਰਲੀ ਲਿਖੇ ਹੋਏ ਹੈ। ਛੋਟਾ ਜਿਹਾ ਐਗਜ਼ਾਮਪਲ, ਜੇ ਤੁਸੀਂ ਕੋਈ ਟਰਾਂਸਲੇਸ਼ਨ ਵਾਲਾ ਕਾਗਜ਼ ਦਿੰਦੇ ਪਏ ਹੋ, ਉਹਨਾਂ ਨੂੰ ਨੋਟਰੀ ਪਬਲਿਕ ਦਾ ਵਿਜ਼ਿਟਿੰਗ ਕਾਰਡ ਚਾਹੀਦਾ ਹੋਏਗਾ ਜਿੱਥੋਂ ਉਹ ਵੈਰੀਫਾਈ ਕਰ ਸਕਣ ਵੀ ਤੂੰ ਹੀ ਭਰਾ ਨੋਟਰੀ ਕੀਤੀ ਹੈ, ਕਿਸੇ ਆਪ ਤਾਂ ਨਹੀਂ ਕੰਪਿਊਟਰ ਤੇ ਉਹਨੂੰ ਇੰਗਲਿਸ਼ ਟ੍ਰਾਂਸਲੇਸ਼ਨ ਕਰਕੇ ਸਟੈਂਪ ਲਵਾਤੀ ਕਿ ਤੂੰ ਬਾਹਰੋਂ। ਤਾਂ ਉਹਨਾਂ ਦੇ ਡੂਜ਼ ਐਂਡ ਡੋਂਟਸ ਬੜੇ ਹੀ ਪਾਰਟਿਕੂਲਰ ਨੇ। ਐਜ਼ ਲੌਂਗ ਐਜ਼ ਤੁਸੀਂ ਡੂਜ਼ ਐਂਡ ਡੋਂਟਸ ਨੂੰ ਮੰਨਦੇ ਪਏ ਹੋ ਤੇ ਆਨਰ ਕਰਦੇ ਪਏ ਹੋ, ਇਟਸ 100%। ਠੀਕ ਹੈ। UK ਜਿਨ੍ਹਾਂ ਸਟੂਡੈਂਟਸ ਨੇ ਜਾਣਾ ਸੀਗਾ ਜਾਂ ਪਲਾਨ ਕਰ ਰਹੇ ਸੀ, ਅੱਜ ਤੋਂ ਕੁਝ ਸਮਾਂ ਪਹਿਲਾਂ 3 ਮਹੀਨਿਆਂ ਦੀ ਫੀਸ ਨਾਲ ਵੀ ਬੱਚੇ ਗਏ, ਛਮਾਹੀ ਫੀਸ ਨਾਲ ਵੀ ਗਏ। ਹੁਣ ਬੱਚਿਆਂ ਦੇ ਵਾਸਤੇ ਇੱਕ ਟਾਸਕ ਇਹ ਵੀ ਆ ਗਿਆ ਕਿ ਤੁਹਾਨੂੰ ਸਾਲ ਦੀ ਫੀਸ ਪੇ ਕਰਨੀ ਪਏਗੀ। ਐਸਾ ਕਿਉਂ ਹੋ ਰਿਹਾ ਹੈ? ਕਰਮ ਹੈ ਜੀ ਆਪਣੇ। ਬੜਾ ਸਿੰਪਲ ਚੀਜ਼ ਕਹਿਣਾ, ਕੀਤਾ ਕਿਸੇ ਨੇ ਭੁਗਤੇਗਾ ਕੋਈ ਹੋਰ। ਐਗਜ਼ੈਕਟਲੀ। ਹੁਣ ਜਿਵੇਂ ਕਈ ਯੂਨੀਵਰਸਿਟੀ ਕੈਸ਼ 1000 ਪਾਉਂਡ ਵਿੱਚ ਵੀ ਦਿੰਦੀਆਂ ਸੀਗੀਆਂ। 1500 ਆਇਆ, 2000 ਆਇਆ, 3000 ਆਇਆ। ਜਾਂ ਉਹ ਬੰਦਾ ਜਿਹੜਾ ਕਹਿੰਦਾ ਜੀ ਮੈਂ ਪੈਕੇਜ ਕਰਦਾ ਹੈ, ਫੀਸ ਕਰਾਂਗੇ ਬਾਅਦ 'ਚ। ਉਹਨਾਂ ਨੇ 1000 ਪਾਉਂਡ ਦੀਆਂ ਸੀਟਾਂ ਲੈ ਲਈਆਂ ਤੇ 1000 ਪਾਉਂਡ ਲੱਖ ਰੁਪਇਆ ਬਣਿਆ। ਹੁਣ ਲੱਖ ਰੁਪਏ ਦੇ ਵਿੱਚ ਬੱਚਾ ਉੱਥੇ ਪਹੁੰਚ ਗਿਆ, ਜਿਹਨੇ ਮਰਜ਼ੀ ਪੈਸਾ ਦਿੱਤਾ ਹੋਵੇ, ਤੇ ਉੱਥੇ ਉਹਨੂੰ ਪਤਾ ਮੈਂ ਲੱਖ ਰੁਪਇਆ ਲਾ ਕੇ ਆਇਆ, ਵੀਜ਼ਾ ਮਿਲ ਗਿਆ। ਉਹ ਸਟicker ਦੇਖਦਾ ਤੇ ਨਾਲ ਦੀ ਨਾਲ ਗੱਡੀ ਮੁੜ ਕੇ ਰਿਸ਼ਤੇਦਾਰਾਂ ਦੇ ਘਰੇ ਵਾਲੇ ਪਾਸੇ ਹੋ ਜਾਂਦੀ ਹੈ, ਚਲੋ ਵਰਕ ਪਰਮਿਟ ਕਰਾਈਏ, ਛੱਡੋ, ਲੱਖ ਰੁਪਇਆ ਹੀ ਗਿਆ ਯੂਨੀਵਰਸਿਟੀ ਨੂੰ। ਹੁਣ ਯੂਨੀਵਰਸਿਟੀ ਕਹਿੰਦੀ ਹੈ ਮੇਰਾ ਲਾਇਸੈਂਸ ਵਰਤਿਆ ਗਿਆ ਵੀਜ਼ਾ ਲਵਾਉਣ ਨੂੰ, ਮੇਰਾ ਨਾਮ ਵਰਤਿਆ ਗਿਆ UK ਪਹੁੰਚਣ ਨੂੰ। ਹੁਣ ਮੈਂ ਲੱਖ ਰੁਪਇਆ ਕਮਾ ਰਿਹਾ, ਬੱਚੇ ਨੂੰ ਉਹਦੀ ਹੀਟ ਵੀ ਫੀਲ ਨਹੀਂ ਹੋ ਰਹੀ, ਉਹਨੂੰ ਨੁਕਸਾਨ ਵੀ ਫੀਲ ਨਹੀਂ ਹੋ ਰਿਹਾ। ਤਾਂ ਅੱਜ ਯੂਨੀਵਰਸਿਟੀਆਂ ਜਿਹੜੇ ਵੀ ਰੂਲ ਬਦਲਦੀਆਂ ਪਈਆਂ ਨੇ, ਜਾਂ ਦੁਨੀਆ ਦੇ ਵਿੱਚ ਜਦ ਵੀ ਕੋਈ ਯੂਨੀਵਰਸਿਟੀ ਰੂਲ ਬਦਲਦੀ ਹੈ, ਉਹ ਪੁਰਾਣੇ ਇਤਿਹਾਸ ਨੂੰ ਦੇਖ ਕੇ ਹੀ ਬਦਲਦੀ ਹੈ। ਜਿੰਨਾ ਬੱਚਾ ਗਿਆ ਤੇ ਮੰਨ ਲਓ 50% ਉੱਥੇ ਪਰਤਿਆ ਹੀ ਨਹੀਂ ਪੜ੍ਹਨ ਵਾਸਤੇ, 1000 2-2 3-3000 ਪਾਉਂਡ 'ਚ ਕੈਸ਼ ਮਿਲ ਗਿਆ ਤੇ ਉਹ ਦੂਜੇ ਪਾਸੇ ਹੋ ਗਿਆ, ਤਾਂ ਅਗਲੇ ਆਉਣ ਵਾਲੇ 100 ਬੱਚਿਆਂ ਨੇ ਯੂਨੀਵਰਸਿਟੀ ਨੇ ਰੂਲ ਬਣਾ ਦੇਣਾ, ਅਸੀਂ 3 ਲੱਖ ਰੁਪਏ 'ਚ ਕੈਸ਼ ਨਹੀਂ ਦੇਣਾ, ਅਸੀਂ 10-10 ਲੱਖ ਰੁਪਏ 'ਚ ਕੈਸ਼ ਦੇਣਾ। ਜਿਹੜਾ ਬੰਦਾ ਛੱਡਦੇ ਹੋਏ ਵੀ ਇੱਕ ਵਾਰ ਸੋਚੂਗਾ ਵੀ ਮੈਂ ਇਲੀਗਲ ਜਾਵਾਂ ਜਾਂ 10 ਲੱਖ ਰੁਪਏ ਜਿਹੜਾ ਸਾਲ ਦਾ ਦਿੱਤਾ ਹੈ ਜਾਂ 9 ਮਹੀਨਿਆਂ ਦਿੱਤਾ, ਉਹਨੂੰ ਪੜ੍ਹ ਲਵਾਂ ਤੇ ਇੰਜੋਏ ਤਾਂ ਕਰਾਂ ਸਟੇਟਸ ਆਪਣਾ ਲੀਗਲ ਵਾਲਾ, ਤੇ ਕੱਲ ਤੋਂ ਮੈਨੂੰ ਡਰ ਲੱਗਣਾ ਸ਼ੁਰੂ ਹੋਵੇ ਜਾਂ ਸ਼ਾਂਤੀ ਵਾਲੀ ਜ਼ਿੰਦਗੀ ਲੈਣੀ ਹੈ, ਉਹਨਾਂ ਦਾ ਬੜਾ ਪਰਸਪੈਕਟਿਵ ਆ ਹੋ ਗਿਆ ਜੀ। ਕੀਤਾ ਕਿਸੇ ਨੇ ਪਰ ਭੁਗਤਣਾ ਕਿਸੇ ਹੋਰ ਨੂੰ ਪੈ ਰਿਹਾ। ਹੁਣ ਇਨਟੇਕ ਕਿਹੜਾ ਹੈ ਸਾਡੇ ਕੋਲ UK ਦਾ? ਇਨਟੇਕ ਸੈਪਟੈਂਬਰ ਇਨਟੇਕ ਸਭ ਤੋਂ ਵੱਡਾ ਇਨਟੇਕ ਹੈ ਜੀ। ਮਈ ਦੇ ਵਿੱਚ ਬੜੀ ਲਿਮਿਟਿਡ ਆਪਸ਼ਨਸ ਹੈ, ਕਿਉਂਕਿ ਮਈ ਉਹਨਾਂ ਦਾ ਸਭ ਤੋਂ ਛੋਟਾ ਇਨਟੇਕ ਹੁੰਦਾ ਹੈ। ਲਿਮਿਟਿਡ ਆਪਸ਼ਨਸ ਐਜ਼ ਇਨ ਟਰਮ ਆਫ ਯੂਨੀਵਰਸਿਟੀਜ਼ ਨਾਲ ਨਹੀਂ, ਕੋਰਸਿਸ ਦੇ ਨਾਲ। IT ਔਰ ਬਿਜ਼ਨਸ ਪ੍ਰੋਗਰਾਮ ਅਵੇਲੇਬਲ ਹੁੰਦੇ ਨੇ, ਬਾਕੀ ਹੋਰ ਕੋਈ ਪ੍ਰੋਗਰਾਮ ਵਾਈਡਲੀ ਮਈ ਦੇ ਵਿੱਚ ਨਹੀਂ ਦਿੱਤਾ ਜਾਂਦਾ। ਸੈਪਟੈਂਬਰ ਦੇ ਵਿੱਚ ਜਿਹਦੀ ਕਿ ਦਾਖਲੇ ਵੀ ਸ਼ੁਰੂ ਹੋ ਚੁੱਕੇ हैं, ਜਿਨ੍ਹਾਂ ਦੇ ਕੁਝ ਕਪਲ ਆਫ ਯੂਨੀਵਰਸਿਟੀਜ਼ ਨੇ ਆਪਣੇ ਸੈਪਟੈਂਬਰ ਇਨਟੇਕ ਬੰਦ ਵੀ ਕਰ ਦਿੱਤੇ हैं, ਕਿਉਂਕਿ ਪੁਰਾਣੀ ਐਪਲੀਕੇਸ਼ਨਾਂ ਹੀ ਕੈਰੀ ਫਾਰਵਰਡ ਹੋਈਆਂ ਸੀਗੀਆਂ, ਜਿਹਦੇ ਕਰਕੇ ਅੱਜ ਭਰ ਚੁੱਕੀਆਂ ਨੇ। ਤਾਂ ਸੈਪਟੈਂਬਰ ਇਨਟੇਕ ਹੈ, ਮਿਸ ਨਹੀਂ ਕਰਨਾ ਤੇ ਫਟਾਫਟ ਅਪਲਾਈ ਕਰੋ। ਐਟਲੀਸਟ ਆਫਰ ਲੈਟਰ ਐਂਡ ਕੈਸ਼ ਦੀ ਫੀਸ ਪੇ ਭਰ ਕੇ ਰੱਖ ਲਓ, ਕੈਸ਼ ਚਾਹੇ 2 ਮਹੀਨੇ ਬਾਅਦ ਵੀ ਆ ਜਾਏ। 2020 ਤੋਂ ਪ੍ਰੋਗਰਾਮ ਸ਼ੁਰੂ ਹੋਇਆ ਵੀ ਜਿਹੜੇ ਬੱਚੇ ਕੈਨੇਡਾ ਜਾਣ ਲਈ ਸਟਕ ਹੋਏ ਪਏ ਨੇ, ਆਸਟ੍ਰੇਲੀਆ ਬੰਦ ਹੈ, ਰਿਜ਼ਲਟ ਨਹੀਂ ਆ ਰਿਹਾ, ਉਹ UK ਅਪਲਾਈ ਕਰ ਲਓ। 21 'ਚ ਵੀ ਇਹੀ ਚੱਲਿਆ, 22 'ਚ ਵੀ ਇਹ ਚੱਲਿਆ, ਜਿਨ੍ਹਾਂ ਦੀਆਂ ਰਿਜੈਕਸ਼ਨਸ ਆਈਆਂ। ਮਤਲਬ ਐਂਡ ਦੇ ਉੱਤੇ ਬੱਚਿਆਂ ਨੂੰ ਪੁਆਇੰਟ ਦਿੱਤਾ ਕਿ ਵੀ ਹਾਂ ਜੇ ਕਿਤੇ ਨਹੀਂ ਬਣ ਰਿਹਾ ਤੇ UK ਅਪਲਾਈ ਕਰ ਲਓ। ਅੱਜ ਤੁਸੀਂ ਕਿਹੜੇ ਸਟੂਡੈਂਟ ਨੂੰ ਗਾਈਡ ਕਰਦੇ ਹੋ ਕਿ ਜਿਹੜਾ ਬੱਚਾ ਰੀਸੈਂਟਲੀ ਹੁਣ +2 ਕਰਦਾ ਪਿਆ, ਉਹ ਬੱਚੇ ਨੂੰ UK ਜਾਣਾ ਚਾਹੀਦਾ ਹੈਗਾ ਕਿ ਪਹਿਲਾਂ ਉਹ ਵੀ ਕਿਤੇ ਹੋਰ ਟਰਾਈ ਮਾਰ ਲਵੇ? ਡਿਪੈਂਡ ਉਹਦੀ ਪ੍ਰੋਫਾਈਲ ਤੇ ਉਹਦੀ ਡਿਮਾਂਡ ਕੀ ਹੈ। ਡਿਮਾਂਡ ਇਨ ਦਾ ਸੈਂਸ ਉਹਦੇ ਸੁਪਨੇ ਕੀ ਹੈ। ਹੁਣ ਬਾਏ ਫਾਰ ਇਹਨੂੰ ਮੈਂ ਆਪਣੇ ਦਿਮਾਗ ਦੇ ਵਿੱਚ ਬੜੇ 3 ਕੈਟਾਗਰੀਜ਼ 'ਚ ਵੰਡ ਲੈਣਾ ਜੀ। ਹੁਣ ਇਹ ਪ੍ਰੋਫਾਈਲ 2022 ਪਾਸ ਆਊਟ ਹੈ, ਓਵਰਆਲ 6 ਹੈ,
1 ਚ 5.5 ਹੈ ਜਾਂ 2 ਚ 5.5 ਹੈ, ਇਹ ਪ੍ਰੋਫਾਈਲ UK ਜਾਂ ਆਸਟ੍ਰੇਲੀਆ ਵਾਸਤੇ ਫਿੱਟ ਹੈ। ਜੁਲਾਈ ਇਨਟੇਕ 2022 ਆਸਟ੍ਰੇਲੀਆ, ਜਿੱਦਣ ਜੁਲਾਈ ਨਿਕਲਿਆ ਇਹ ਆਸਟ੍ਰੇਲੀਆ ਵਾਸਤੇ ਵੀ ਬਾਹਰ ਹੋ ਜਾਣੀ ਹੈ, ਸਿਰਫ UK ਵਾਸਤੇ ਰਹਿ ਜਾਏਗੀ। ਹੁਣ ਜੇ ਤੁਹਾਡਾ ਪਾਸ ਆਊਟ ਈਅਰ 2017 18 19 ਹੈਗਾ ਤੇ ਤੁਹਾਡੇ ਕੋਲ 6 ਓਵਰਆਲ ਤੇ 6 ਈਚ ਹੈ ਤੇ ਤੁਸੀਂ ਕੈਨੇਡਾ ਜਾਓਗੇ, ਕਿਉਂਕਿ ਇਹੋ ਜਿਹੀ ਪ੍ਰੋਫਾਈਲ 12ਵੀਂ ਜਿੰਨੀ ਇੰਨੀ ਪੁਰਾਣੀ ਹੈ ਉਹ ਨਾ UK ਨੇ ਲੈਣੀ ਹੈ ਨਾ ਹੀ ਆਸਟ੍ਰੇਲੀਆ ਨੇ ਲੈਣੀ ਹੈ। ਤਾਂ ਆਪਣੇ ਦਿਮਾਗ ਨੂੰ ਬੜਾ ਕਲੀਨ ਫੰਡ ਹੋ ਕੇ ਡਿਸਟਰੀਬਿਊਟ ਕਰੋ। ਰੀਸੈਂਟ ਪ੍ਰੋਫਾਈਲ ਆਲਸ ਪ੍ਰੋਪਰ ਹੈ ਤਾਂ ਬਾਈ ਫਾਰ ਬੱਚਾ ਕੈਨੇਡਾ ਵਾਲੇ ਪਾਸੇ ਹੀ ਜਾਂਦਾ, ਫਿਰ ਆ ਜਾਂਦਾ ਆਸਟ੍ਰੇਲੀਆ, ਫਿਰ ਆ ਜਾਂਦਾ UK। ਹਾਊਐਵਰ ਜੇ ਇਹਨੂੰ ਉਲਟਾ ਇੱਕ ਪਾਸੇ ਇਹ ਦੇਖੀਏ, ਜੇ UK ਦੀ ਐਜੂਕੇਸ਼ਨ ਦੀ ਗੱਲ ਕਰੀਏ ਉਹ ਤਿੰਨਾਂ ਦੇਸ਼ਾਂ 'ਚੋਂ ਟੌਪ 'ਤੇ ਹੈ, ਕਿਉਂਕਿ ਕੁਆਲਿਟੀ ਆਫ ਐਜੂਕੇਸ਼ਨ ਇਜ਼ ਟੌਪ ਇਨ ਦਾ UK। ਤਾਂ ਤੁਹਾਡੀ ਡਿਮਾਂਡ, ਤੁਹਾਡੀ ਆਪਣੀ ਸਪੈਂਡਿੰਗ ਪਾਵਰ ਕਿੰਨੀ ਹੈ, ਡਿਪੈਂਡ ਕਰਦਾ ਕਿਹੜੀ ਕੰਟਰੀ ਤੁਸੀਂ ਚੂਜ਼ ਕਰ ਸਕਦੇ ਹੋ। ਚੰਗੀ ਗੱਲ ਸਟੂਡੈਂਟ ਵਾਸਤੇ ਆ ਹੈ ਉਹਦੇ ਕੋਲ ਅੱਜ ਕੰਟਰੀ ਦੀ ਵੇਰੀਏਸ਼ਨ ਹੈ ਜੋ ਇਤਿਹਾਸ 'ਚ ਕਦੇ ਨਹੀਂ ਹੋਈ, ਬਟ ਉਹਦੀ ਜ਼ਿੰਮੇਵਾਰੀ ਕੀ ਹੈਗੀ ਹੈ, ਚੰਗੀ ਤਰ੍ਹਾਂ ਠੋਕ ਵਜਾ ਕੇ ਆਪਣੀ ਪ੍ਰੋਫਾਈਲ ਨੂੰ ਐਲੀਜੀਬਲ ਹੋ ਕੇ ਦੇਖੇ ਮੈਂ ਕਿਹੜੇ ਕੰਟਰੀ ਨੇ ਐਲੀਜੀਬਲ ਕਰਦਾ। ਨਹੀਂ ਤਾਂ ਮੈਂ ਇਹੋ ਜਿਹੇ ਬੱਚੇ ਦੇਖੇ ਹੈ ਪਰਸੈਂਟੇਜ ਹੋਊਗਾ 45 ਜਾਣਾ ਕੈਨੇਡਾ। ਹੁਣ ਇੱਕ ਪਰਸੈਂਟੇਜ ਨਾਮ ਦੀ ਚੀਜ਼ ਹੁੰਦੀ ਜਿੱਥੇ ਤੁਹਾਨੂੰ ਦਾਖਲਾ ਮਿਲਦਾ। ਹੁਣ ਦਾਖਲੇ ਲਈ ਤੁਹਾਡੇ ਕੋਲ ਹੈ ਹੀ ਕੰਟਰੀ ਸਿੰਗਾਪੁਰ 45% ਦੇ ਨਾਲ, ਕੈਨੇਡਾ ਕਿਵੇਂ ਜਾਓਗੇ? ਜੇ ਜਾਓਗੇ ਵੀ ਤਾਂ ਐਟਲੀਸਟ ਕਿਸੇ ਬੰਦੇ ਨੂੰ ਇਹ ਪੈਸੇ ਪੂਜੋਗੇ ਜੋ ਪਤਾ ਨਹੀਂ ਕਿੰਨਾ ਕੁ ਜੂਸ ਕੱਢੇਗਾ ਪੈਸਿਆਂ ਦਾ, ਤੇ ਕੰਮ ਹੋਏਗਾ ਕਿ ਵੀ ਨਹੀਂ ਹੋਏਗਾ। ਤਾਂ ਲੌਜੀਕਲੀ ਕੁਝ ਸੋਚ ਕੇ ਆਪਣਾ ਕੰਟਰੀ ਡਿਸਾਈਡ ਕਰੋ। ਪਹਿਲੀ ਚੀਜ਼ ਤੁਹਾਡੀ ਆਪਣੀ ਪ੍ਰੋਫਾਈਲ। ਠੀਕ ਹੈ ਰੋਹਿਤ ਸਰ, ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਇਹ ਗੋਲਡਨ ਓਪਰਚੁਨਿਟੀ ਸਟੂਡੈਂਟਸ ਕੋਲ ਹੈ ਜਿਹੜੇ ਆ ਹੁਣ ਰੀਸੈਂਟ ਪਾਸ ਆਊਟ ਹੈ ਕਿ ਪੂਰਾ ਓਵਰਸੀਜ਼ ਓਪਨ ਪਿਆ ਹੈ। ਡਿਪੈਂਡ ਤੁਹਾਡੇ ਤੇ ਹੈ ਵੀ ਤੁਸੀਂ ਕਿਹਨੂੰ ਗ੍ਰੈਪ ਕਰਦੇ ਹੋ ਤੇ ਤੁਹਾਡੀ ਪ੍ਰੋਫਾਈਲ ਕਿੱਥੇ ਨੂੰ ਮੈਚ ਕਰਦੀ ਹੈ। ਆਸਟ੍ਰੇਲੀਆ ਦੀ ਗੱਲ ਵੀ ਜ਼ਰੂਰ ਕਰਾਂਗੇ। GT ਕਲੀਅਰ ਕਰਨਾ ਬਹੁਤ ਸਾਰੇ ਸਟੂਡੈਂਟਸ ਦੇ ਲਈ ਬਹੁਤ ਹੀ ਵੱਡਾ ਟਾਸਕ ਹੋਇਆ ਪਿਆ ਹੈ। ਵਾਕਿਆ 'ਚ ਹੈਗੀ ਇਹ ਗੱਲ ਕਿ ਫਿਰ ਗੜਬੜੀਆਂ ਨੇ ਕੋਈ? ਦੇਖੋ ਇਹਦੇ ਵਿੱਚ ਪਲੱਸ ਮਾਈਨਸ ਦੋਨੋਂ ਹੀ ਹੈ ਜੀ। ਪਲੱਸ ਇਹ ਹੈਗਾ ਅੱਜ ਆਸਟ੍ਰੇਲੀਆ ਬਹੁਤ ਜ਼ਿਆਦਾ ਪਪੂਲਰ ਹੋ ਗਿਆ। ਮੈਂ ਸਟੇਟਮੈਂਟ ਇੱਕ ਆਪਣੇ ਫੇਸਬੁੱਕ ਸ਼ੋਅ ਤੇ ਦਿੱਤੀ ਸੀ, ਮੈਨੂੰ 20 ਸਾਲ ਹੋ ਗਏ ਆਸਟ੍ਰੇਲੀਆ ਦਾ ਕੰਮ ਕਰਦੇ ਹੋਏ। ਆਸਟ੍ਰੇਲੀਆ ਨੇ ਪਹਿਲੀ ਵਾਰ ਹਿਸਟਰੀ ਦੇ ਵਿੱਚ ਆਪਣੀ ਡੈਡਲਾਈਨ ਲਾਈ ਹੈ, ਸਾਨੂੰ ਇਸ ਤਰੀਕ ਤੋਂ ਪਹਿਲਾਂ ਫੀਸ ਦੇ ਦਿਓ ਤਾਂ ਹੀ ਤੁਹਾਡਾ ਫੈਬਰਰੀ ਇਨਟੇਕ ਅਚੀਵ ਹੋਏਗਾ, ਤੇ ਉਹ ਡੈਡਲਾਈਨ ਦਸੰਬਰ ਦੀ ਸੀਗੀ। ਨਹੀਂ ਤਾਂ ਆਸਟ੍ਰੇਲੀਆ ਕਲਾਸ ਸਟਾਰਟ ਡੇਟ ਹੋਣ ਤੋਂ ਇੱਕ ਦਿਨ ਪਹਿਲਾਂ ਵੀ CO ਹੀ ਦਿੰਦਾ ਵੀ ਤੁਸੀਂ ਅਪਲਾਈ ਕਰੋ। ਆਸਟ੍ਰੇਲੀਆ ਨੇ ਪਹਿਲੀ ਵਾਰ ਕੀਤਾ। ਇਹ ਕਿਉਂ ਹੋਇਆ? ਕਿਉਂਕਿ ਰਸ਼। ਅਗੇਨ ਕੈਨੇਡਾ ਦਾ ਫਿਲਟਰ ਲਾ ਲਓ, ਸਪਾਊਸ ਦਾ ਇਨਕਰੇਜਮੈਂਟ ਲਾ ਲਓ, ਜਿਹੜਾ ਹੁੰਦਾ ਮੈਂ ਆਪਣੇ ਸਪਾਊਸ ਦੇ ਨਾਲ ਜਾਵਾਂ, ਤੇ ਆਸਟ੍ਰੇਲੀਆ ਬਾਈ ਡਿਫਾਲਟ ਫਸਟ ਚੋਇਸ ਬਣ ਜਾਂਦਾ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਤੀਜੀ ਜਨਰੇਸ਼ਨ ਜਾਂਦੀ ਪਈ ਹੈ। ਕਿਸੇ ਦੇ ਚਾਚਾ ਜੀ, ਕਿਸੇ ਦੇ ਮਾਮਾ ਜੀ, ਕਿਸੇ ਦੇ ਦੂਰ ਦੇ ਰਿਸ਼ਤੇਦਾਰ ਸਭ ਆਸਟ੍ਰੇਲੀਆ ਪੱਕੇ ਹੋਏ ਬੈਠੇ ਨੇ 2008-9 ਦੇ ਗਏ ਹੋਏ। ਜਿਹਨਾਂ ਤੋਂ ਆਸਟ੍ਰੇਲੀਆ ਇੱਕ ਬੜਾ ਸਟਰੋਂਗ ਬੇਸ ਲੈ ਕੇ ਆਂਦਾ ਹੈਗਾ, ਇੱਕ ਆਪਣੇ ਐਜੂਕੇਸ਼ਨ ਸਿਸਟਮ ਦਾ, PR ਦੀ ਹਿਸਟਰੀ ਦਾ, ਔਰ ਐਟਲੀਸਟ ਅਰਨਿੰਗ ਦਾ। ਪਾਰਟ ਟਾਈਮ ਜੌਬ, ਫੁੱਲ ਟਾਈਮ ਜੌਬ ਆਸਟ੍ਰੇਲੀਆ ਦਾ ਹਰ ਪਾਸਿਓਂ ਐਡਵਾਂਟੇਜ ਹੈਗਾ। ਹੁਣ GT ਨੂੰ ਜਦ ਅਸੀਂ ਇੱਕ ਨਾ ਸਮਝ ਨਾਲ ਜਾਵਾਂਗੇ ਵੀ ਮੇਰੇ ਕੋਲ ਕਾਗਜ਼ ਨਹੀਂ ਹੈਗੇ ਪਰ ਮੈਂ ਉਹ GT ਵਾਲਾ ਪਾਸਾ ਕਰਨਾ ਹੈ, GT 'ਚ ਡਿਲੇ ਹੋਣਾ ਤੈਅ ਹੈ। ਇੰਟਰਵਿਊ ਹਰੇਕ ਯੂਨੀਵਰਸਿਟੀ ਅੱਜ ਆਸਟ੍ਰੇਲੀਆ ਦੀ ਲੈਣ ਲੱਗ ਗਈ ਹੈ, ਉਹਨੂੰ ਅਵੋਇਡ ਕਰਨਾ ਬੇਵਕੂਫੀ ਹੈ। ਅਗੇਨ ਆਪਣੇ ਆਪ ਨੂੰ ਤੁਸੀਂ ਉਸ ਖੁੰਝੇ 'ਚ ਲੈ ਕੇ ਜਾਂਦੇ ਪਏ ਹੋ ਜਿੱਥੇ ਤੁਹਾਡੇ ਕੋਲ ਆਪਸ਼ਨ ਅੱਜ ਸ਼ਾਇਦ 41 ਯੂਨੀਵਰਸਿਟੀਆਂ ਦੀ ਹੋਏਗੀ, ਪਰ ਤੁਸੀਂ ਕਹਿ ਦਿੰਦੇ ਹੋ ਮੈਨੂੰ ਇੰਟਰਵਿਊ ਨਹੀਂ ਦੇਣਾ, ਤਾਂ ਉਹ ਆਪਸ਼ਨ 2 ਦੀ ਰਹਿ ਜਾਂਦੀ ਹੈ। ਉਹ ਇੱਕ ਡਾਰਕ ਕਾਰਨਰ ਹੈ ਜਿੱਥੇ ਤੁਹਾਡੀ ਵਾਰੀ ਆਏਗੀ ਤਾਂ ਆਏਗੀ, ਕਿਉਂਕਿ ਜੇ ਤੁਸੀਂ ਇਹ ਸੋਚਦੇ ਪਏ ਹੋ ਹਰ ਕੋਈ ਐਂ ਸੋਚਦਾ ਤੇ ਉਹੀ ਯੂਨੀਵਰਸਿਟੀ 'ਚ ਅਪਲਾਈ ਕਰਦਾ, ਰਸ਼ ਆਪੇ ਵੱਧ ਜਾਣਾ। ਪ੍ਰੋਸੈਸ ਨੂੰ ਸਮਝ ਕੇ ਚੱਲੋਗੇ। ਆਸਟ੍ਰੇਲੀਆ ਦੇ ਵਿੱਚ ਡਾਕੂਮੈਂਟੇਸ਼ਨ ਬਹੁਤ ਮੇਜਰ ਹੈ ਜੀ। ਤੁਹਾਡੇ ਇਨਕਮ ਦੇ ਪੇਪਰਸ, ਫਾਈਨੈਂਸ਼ੀਅਲ ਸ਼ਾਇਦ ਇੰਨਾ ਇੰਪੋਰਟੈਂਸ ਨਹੀਂ ਰੱਖਦੇ ਹੋਣਗੇ, ਪਰ ਇਨਕਮ ਦੇ ਪੇਪਰਸ, ਤੁਹਾਡਾ ਕੋਰਸ ਸਿਲੈਕਸ਼ਨ, ਤੁਹਾਡਾ ਇੰਟਰਵਿਊ ਦੇ ਵਿੱਚ ਪਰਫਾਰਮੈਂਸ, GT ਫਟਾਫਟ ਨਿਕਲੇਗੀ। ਆਇਰਨੀ ਕੀ ਹੈਗੀ, ਇੱਕ ਛੋਟਾ ਜਿਹਾ ਤੁਹਾਨੂੰ ਕੇਸ ਦੱਸਦਾ। ਇੱਕ ਪ੍ਰੋਫਾਈਲ ਆਈ ਮੇਰੀ ਵਨ ਆਫ ਦਾ ਕਾਉਂਸਲਿੰਗ ਸੈਸ਼ਨ ਦੇ ਵਿੱਚ, ਉਹਨਾਂ ਨੇ B.Ed ਕੀਤੀ, B.Ed ਕਰਨ ਤੋਂ ਬਾਅਦ ਇੱਕ ਸਕੂਲ ਟੀਚਰ ਰਹੇ, ਸਕੂਲ ਟੀਚਰ ਤੋਂ ਬਾਅਦ ਵਾਈਸ ਪ੍ਰਿੰਸੀਪਲ ਬਣ ਗਏ, ਫਿਰ ਉਸ ਤੋਂ ਬਾਅਦ ਕੋਰਸ ਆਪਣਾ ਪ੍ਰੋਫੈਸ਼ਨ ਚੇਂਜ ਕੀਤਾ ਇਨ ਦਾ ਸਕੂਲ ਓਨਲੀ, ਵੱਡੇ ਸਕੂਲ ਚਲੇ ਗਏ, ਉੱਥੇ ਇੰਸਟਰਕਟਰ ਬਣ ਗਏ। ਕੱਲ੍ਹ ਉਹ ਗਏ ਐਪਲੀਕੇਸ਼ਨ ਲਾਉਣ, ਕਹਿੰਦੇ ਮੈਂ ਮਾਸਟਰਸ ਆਫ ਐਜੂਕੇਸ਼ਨ ਕਰਨੀ ਹੈ। ਮੈਂ ਮਾਸਟਰਸ ਆਫ ਐਜੂਕੇਸ਼ਨ ਦਾ ਕੋਰਸ ਕਿਉਰਿਕੂਲਮ ਖੋਲ੍ਹਿਆ, ਪਲੱਸ ਫਿਊਚਰ ਦੇਖਿਆ, ਉਸ 'ਚ ਲਿਖਿਆ ਸੀ ਦਿਸ ਕੋਰਸ enables you to become ਵਾਈਸ ਪ੍ਰਿੰਸੀਪਲ ਔਰ ਐਡਮਿਨ ਹੈਡ। ਮੈਂ ਕਿਹਾ ਤੁਹਾਡੇ CV ਦੇ ਵਿੱਚ ਆਲਰੇਡੀ ਵਾਈਸ ਪ੍ਰਿੰਸੀਪਲ ਲਿਖਿਆ ਹੋਇਆ, ਹੁਣ ਤੁਸੀਂ ਉਸ ਚੀਜ਼ 'ਤੇ ਪੈਸੇ ਕਿਉਂ ਲਾਓਗੇ ਅੰਬੈਸੀ ਦੀ ਨਿਗਾਹ ਦੇ ਵਿੱਚ, ਜੋ ਤੁਸੀਂ ਆਲਰੇਡੀ ਪ੍ਰੋਫਾਈਲ 'ਤੇ ਕੰਮ ਕਰ ਚੁੱਕੇ ਹੋ। ਦੈਟ ਮੀਨ ਤੁਸੀਂ 15 ਲੱਖ ਰੁਪਏ ਜਿਹੜੀ ਫੀਸ ਦਿੰਦੇ ਪਏ ਹੋ, ਤੁਹਾਨੂੰ ਆਪ ਨੂੰ ਨਹੀਂ ਪਤਾ ਉਹ ਕਿਹੜੇ ਪਾਸੇ ਜਾਂਦੀ ਪਈ ਹੈ, ਤੁਸੀਂ ਨਾਨ GT ਹੋ। ਤਾਂ ਆਸਟ੍ਰੇਲੀਆ ਦੀ ਐਜੂਕੇਸ਼ਨ, ਕੋਰਸ ਸਿਲੈਕਸ਼ਨ ਐਂਡ ਡਾਕੂਮੈਂਟੇਸ਼ਨ ਇਜ਼ ਆਲ ਟੈਕਨੀਕਲ। ਉਹਨੂੰ ਇੱਕ ਆਮ ਆਦਮੀ, ਜਿਹੜਾ ਆਮ ਏਜੰਟ ਜਿਹੜਾ ਕਿ ਆਸਟ੍ਰੇਲੀਆ ਦੇ ਨਾਲ ਸੰਬੰਧ ਨਹੀਂ ਰੱਖਦਾ,
ਬਿਲਕੁਲ ਵੀ ਨਹੀਂ ਕਰ ਸਕਦਾ ਹੈਗਾ। ਆਸਟ੍ਰੇਲੀਆ GT ਲੇਟ ਹੋਣ ਦਾ ਕਾਰਨ ਕਈ ਵਾਰ ਸਟੂਡੈਂਟ ਹੈ, ਕਈ ਵਾਰ ਡਾਕੂਮੈਂਟੇਸ਼ਨ ਹੈ, ਐਂਡ ਕਈ ਵਾਰ ਏਜੰਟ ਹੈ, ਤਿੰਨਾਂ ਦਾ ਮਿਕਸ ਹੈ। ਬਿਲਕੁਲ। ਵੈਸੇ ਵੀ ਕਿਸੇ ਵੀ ਕੰਟਰੀ ਤੁਸੀਂ ਅਪਲਾਈ ਕਰਨਾ ਤਾਂ ਐਕਸਪਰਟ ਐਡਵਾਈਸ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ, ਤਾਂ ਤੁਸੀਂ ESS ਗਲੋਬਲ ਦੇ ਦਫ਼ਤਰ 'ਚ ਵਿਜ਼ਿਟ ਕਰ ਸਕਦੇ ਹੋ। ਪੰਜਾਬ ਤੇ ਨਾਲ ਲੱਗਦੀਆਂ ਹੋਰ ਸਟੇਟਸ ਦੇ ਵਿੱਚ ਵੀ ESS ਗਲੋਬਲ ਦੀਆਂ ਬ੍ਰਾਂਚਿਸ ਨੇ। ਤੁਸੀਂ ਸਰ ਨੂੰ ਮੁਲਾਕਾਤ ਕਰਨਾ ਚਾਹੁੰਦੇ ਹੋ ਤਾਂ ਅਪਾਇੰਟਮੈਂਟ ਲੈ ਕੇ ਤੁਸੀਂ ਉਸ ਲਈ ਵੀ ਆ ਸਕਦੇ ਹੋ। +2 ਵਾਲਾ ਸਟੂਡੈਂਟ ਉਸ ਦੀ ਗੱਲ ਜ਼ਰੂਰ ਕਰੂੰਗੀ। ਕੈਨੇਡਾ ਅਪਲਾਈ ਕਰਨਾ ਹੈ ਜੀ 2023 ਸੈਪਟੈਂਬਰ ਚਾਹੀਦਾ ਹੈ। ਆਸਟ੍ਰੇਲੀਆ ਅਪਲਾਈ ਕਰਨਾ ਹੈ 2023 ਨਵੰਬਰ ਇਨਟੇਕ ਦਵਾ ਦਿਓ। ਕੰਸਲਟੈਂਟ ਕਹਿੰਦੇ ਨੇ ਵੀ ਸਾਡੇ ਕੋਲ ਆ ਜਾਓ, ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰ ਦਿੰਦੇ ਹਾਂ, ਤੁਹਾਨੂੰ ਸ਼ੋਰਟ ਹੈ ਤੁਹਾਡੀ ਸੀਟ ਰਿਜ਼ਰਵ ਹੋ ਜਾਏਗੀ, ਆਇਲਸ ਕਰਕੇ ਆ ਜਿਓ ਤੇ ਆਪਾਂ ਤੁਹਾਨੂੰ ਜਿਹੜਾ ਇਨਟੇਕ ਦਵਾ ਦਾਂਗੇ। ਮਿਲ ਜਾਏਗਾ ਕੰਡੀਸ਼ਨਲ ਦੇਖੋ ਕੰਡੀਸ਼ਨਲ 100% ਮਿਲਦਾ, ਪਰ ਕੰਡੀਸ਼ਨ ਉਹਨਾਂ ਬੱਚਿਆਂ ਵਾਸਤੇ ਜਿਹੜੇ ਕੌਨਫੀਡੈਂਟ ਹੈ ਮੈਂ ਉਹ ਕੰਡੀਸ਼ਨ ਮੀਟ ਕਰ ਲਾਂਗਾ। ਹੁਣ ਇਹ ਨਹੀਂ ਮੈਂ ਆਇਲਸ ਦੀ ਤਿਆਰੀ ਅੱਜ ਸ਼ੁਰੂ ਕੀਤੀ ਹੈ, ਮੌਕ ਟੈਸਟ ਮੇਰੇ 5 ਬੈਂਡ ਆਉਂਦੇ ਪਏ ਨੇ ਤੇ ਮੈਂ ਸਪਟੈਂਬਰ ਦੀ ਚਿੱਠੀ ਲੈ ਕੇ ਅੱਜ ਧਰ ਲਾਂ, ਉਹਦਾ ਕੋਈ ਸੈਂਸ ਨਹੀਂ ਹੈ। 2-4 ਮੌਕ ਟੈਸਟ ਦੇ ਦਿਓ, 6 ਬੈਂਡ ਜਦ ਅਚੀਵ ਕਰ ਗਏ ਉਦੋਂ ਭਾਵੇਂ ਅਪਲਾਈ ਕਰ ਦਿਓ, ਕੋਈ ਸਮੱਸਿਆ ਨਹੀਂ। ਕਿਉਂਕਿ ਟਾਰਗੇਟ ਉਹ ਕਾਗਜ਼ ਦਾ ਟੁਕੜਾ ਲੈਣਾ ਨਹੀਂ ਹੈ, ਟਾਰਗੇਟ ਹੈ ਉਹ ਤੋਂ ਅੱਗੇ ਵਧਣਾ। ਉਹ ਉਦੋਂ ਵਧੋਗੇ ਜਦ ਤੁਹਾਡਾ ਆਜ ਦਾ ਰਿਜ਼ਲਟ ਜਾਂ ਜੋ ਕੰਡੀਸ਼ਨ ਤੁਹਾਡੀ ਮੀਟ ਹੋਏਗੀ। ਪੋਸੀਬਲ ਹੈ ਸੈਪਟੈਂਬਰ ਇਨਟੇਕ? ਬਿਲਕੁਲ ਪੋਸੀਬਲ ਹੈ ਜੀ, ਬਿਲਕੁਲ ਪੋਸੀਬਲ ਹੈ ਫॉर ਸਰਟਨ ਕੋਰਸਿਸ, ਸਰਟਨ ਯੂਨੀਵਰਸਿਟੀਜ਼। ਸਾਡਾ ਇਜਾਜ਼ਤ ਲੈਣ ਦਾ ਵੇਲਾ ਹੋ ਰਿਹਾ, ਸੋ ਦਰਸ਼ਕਾਂ ਨਾਲ ਕੀ ਮੈਸੇਜ ਸ਼ੇਅਰ ਕਰੋਗੇ? ਅੱਜ ਦੀ ਡੇਟ ਦੇ ਵਿੱਚ ਤੁਹਾਡੇ ਕੋਲ ਆਪਸ਼ਨਸ ਬਹੁਤ ਜ਼ਿਆਦਾ ਨੇ ਐਂਡ ਬਾਹਰ ਜਾਣ ਦੀ ਇੱਛਾ ਵੀ ਬਹੁਤ ਜ਼ਿਆਦਾ ਹੁੰਦੀ ਪਈ ਹੈ। ਇਹਨੂੰ ਲੌਜੀਕਲੀ ਤੁਸੀਂ ਆਪਣੇ ਵਿੱਚ ਫਿੱਟ ਕਰੋਗੇ, ਜਿਹਦੇ ਵਿੱਚ ਤੁਹਾਡਾ ਹੋਮਵਰਕ, ਕੰਸਲਟੈਂਟ ਪਲੱਸ ਕੋਰਸ ਸਿਲੈਕਸ਼ਨ, ਤਾਂ ਹੀ ਤੁਸੀਂ ਸਕਸੈਸ ਦੇ ਰਾਹ ਤੇ ਜਾਓਗੇ। ਜੀ ਬਹੁਤ ਬਹੁਤ ਸ਼ੁਕਰੀਆ ਰੋਹਿਤ ਸਰ, ਜਿਵੇਂ ਚ ਸਮਾਂ ਦੇਣ ਲਈ ਔਰ ਇਨਫੋਰਮੇਸ਼ਨ ਦੇਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਸੋ ਜੀ ਕੈਨੇਡਾ ਸੈਮੀਨਾਰ 16 ਤੋਂ 20 ਤਰੀਕ ਤੱਕ ਹੈਗੇ ਨੇ। 16 ਤਰੀਕ ਨੂੰ ਅੰਮ੍ਰਿਤਸਰ, 17 ਤਰੀਕ ਨੂੰ ਜਲੰਧਰ, 18 ਤਰੀਕ ਨੂੰ ਲੁਧਿਆਣਾ ਤੇ 20 ਤਰੀਕ ਨੂੰ ਚੰਡੀਗੜ੍ਹ। ਤੁਸੀਂ ਉੱਥੇ ਪਹੁੰਚ ਸਕਦੇ ਹੋ। ਹੋਰ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਇਹਨਾਂ ਨੰਬਰਸ 'ਤੇ ਕਾਲ ਕਰਕੇ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ। ਕੱਲ੍ਹ ਨੂੰ ਫਿਰ ਇਸੇ ਟਾਈਮ ਹਾਜ਼ਰ ਹੋਵਾਂਗੇ। ਰੱਖੋ ਧਿਆਨ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ।